ਹੁਣ ਆਪਾਂ ਅਗਲੀ ਗੱਲ ਕਰ ਲਈਏ, ਸਟੱਡੀ ਪਰਮਿਟ ਵਾਲੇ ਆ ਗਏ ਜੀ, ਵਰਕ ਪਰਮਿਟ ਵਾਲੇ ਆ ਗਏ, ਸਪਾਊਸ ਆ ਗਏ, ਠੀਕ ਹੈ, ਵਿਜ਼ਟਰ ਰਿਕਾਰਡ ਵਾਲੇ ਆ ਗਏ, ਟੈਂਪਰੇਰੀ ਰੈਜ਼ੀਡੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਾਂ, ਸੋ ਉਹਨਾਂ ਦੇ ਬੈਕਲੌਗ ਬਾਰੇ ਗੱਲ ਕਰਦੇ ਹਾਂ। ਬਾਈ ਜੀ ਸ਼ੁਰੂ ਕਰੋ ਕਿ ਸਟੂਡੈਂਟਸ ਦੇ ਲਈ ਚਲੋ ਚੰਗੀ ਖਬਰ ਹੈਗੀ ਆ ਵੀ ਠੀਕ ਹੈ 9621 ਫਾਈਲਾਂ ਉਹਨਾਂ ਨੇ ਕਲੀਅਰ ਕੀਤੀਆਂ, ਲਗਭਗ 10,000 ਦੇ ਫਾਈਲਾਂ ਉਹਨਾਂ ਨੇ ਕਲੀਅਰ ਕਰਤੀਆਂ ਵੀ ਸਟੂਡੈਂਟ ਵੀਜ਼ਾ ਆਊਗਾ, ਠੀਕ ਹੈ। ਤੇ ਜਿਹੜੀਆਂ ਸਟੱਡੀ ਪਰਮਿਟ ਆ ਉਹ ਤਾਂ ਮੇਰੇ ਹਿਸਾਬ ਨਾਲ ਇਨਲੈਂਡ ਹੋ ਗਈਆਂ ਹੀ ਹੋਣੀਆਂ, ਉਹਨਾਂ ਦਾ ਤਾਂ ਕੋਈ ਮੇਰੇ ਹਿਸਾਬ ਨਾਲ ਕੋਈ ਇੰਡੀਆ ਵਾਲਿਆਂ ਨੂੰ ਬਹੁਤਾ ਫਰਕ ਨਹੀਂ ਹੈ ਪੈਂਦਾ ਜਾਂ ਕੁਛ ਨਹੀਂ ਪੈਂਦਾ ਮੇਰੇ ਹਿਸਾਬ ਨਾਲ, ਤਾਂ ਜਿਹੜੀਆਂ ਐਕਸਟੈਂਸ਼ਨ ਵਾਲੀਆਂ। ਹਾਂਜੀ, ਉਹਨਾਂ ਦਾ ਐਕਸਟੈਂਸ਼ਨ ਵਾਲੇ ਦਾ ਇਹਦਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹਦਾ ਵਧਣ ਦਾ ਕਾਰਨ ਕੀ ਹੈ ਕਿ ਉਹ ਬੇਸਿਕਲੀ ਆ ਰਹੀਆਂ ਨੇ, ਬਟ ਉਹਨਾਂ ਦਾ ਟਾਈਮ ਇਹਨਾਂ ਨੇ ਲੰਬਾ ਕਰਤਾ। ਜਿਹੜੇ ਹੁਣ ਸਟੱਡੀ ਪਰਮਿਟ ਦੇ ਐਕਸਟੈਂਸ਼ਨਸ ਨੇ ਉਹ ਆਲਮੋਸਟ ਲਾ ਲਓ ਵੀ ਜਾ ਕੇ ਕਹਿ ਲਓ ਵੀ ਮਹੀਨੇ ਕੁ ਦੇ ਵਿੱਚ ਆ ਰਹੇ ਆ। ਸੋ ਇਹ ਇੱਥੇ ਇਹਨੂੰ ਨਾ ਇਹ ਡਾਟੇ ਨੂੰ ਆਪਾਂ ਇਸ ਤਰ੍ਹਾਂ ਐਨਾਲਾਈਜ਼ ਕਰੀਏ ਵੀ ਕਈ ਜਿਹੜੀਆਂ ਸਟਰੀਮਸ ਨੇ ਉਹਨਾਂ 'ਚ ਫਾਈਲ ਲੱਗਦੀ ਬਹੁਤ ਆ, ਆਪਾਂ ਉਹਨੂੰ ਸਿਰਫ ਇਹ ਨਾ ਦੇਖੀਏ ਵੀ 1928 ਵੱਧ ਗਈ। ਹੁਣ ਜੇ ਆਪਾਂ ਇਸ ਸਟਰੀਮ ਦੀ ਗੱਲ ਕਰੀਏ ਸਟੱਡੀ ਪਰਮਿਟ ਐਕਸਟੈਂਸ਼ਨ ਦੀ, ਤਾਂ ਸਟੱਡੀ ਪਰਮਿਟ ਐਕਸਟੈਂਸ਼ਨ ਐਕਚੁਅਲੀ ਇਸ ਟਾਈਮ ਦੇ ਉੱਪਰ ਬਹੁਤ ਲੱਗੇ ਨੇ। ਲੱਗਣ ਦੇ ਕਾਰਨ ਕੀ ਸੀ ਕਿ ਕੋਵਿਡ ਕਰਕੇ ਨਾਰਮਲ ਟਾਈਮਸ 'ਚ ਪੜ੍ਹਾਈਆਂ ਪੂਰੀਆਂ ਨਹੀਂ ਹੋਈਆਂ। ਕਈਆਂ ਦੇ ਜਿਹੜੇ ਸਟੱਡੀ ਪਰਮਿਟ ਸੀ ਉਹ ਬੇਸਿਕਲੀ ਇਸ ਤਰੀਕੇ ਇਸ਼ੂ ਹੋਏ ਕਿ ਉਸੇ ਦਿਨ ਉਹਨਾਂ ਦੀ ਸਟੱਡੀ ਖਤਮ ਹੋ ਰਹੀ ਸੀ, ਉਸੇ ਦਿਨ ਉਹਨਾਂ ਦਾ ਸਟੱਡੀ ਪਰਮਿਟ ਮੁੱਕ ਰਿਹਾ ਸੀ। ਸੋ ਉਹਨਾਂ ਨੇ ਐਕਸਟੈਂਸ਼ਨ ਲਾਤੀ ਕਿ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਵੇਟ ਕਰਨੀ ਆ ਤਾਂ ਆਪਾਂ ਐਕਸਟੈਂਸ਼ਨ ਕਰਾ ਲਈਏ। ਸੋ ਬੇਸਿਕਲੀ ਇਹਦੇ 'ਚ ਉਹਨਾਂ ਨੇ ਵੈਸੇ 24,000 ਫਾਈਲ ਸੀ, ਉਹਦੀ 26 ਹੋਈ ਆ, ਬਟ ਇਹਦੇ ਨਾਲ ਨਾਲ ਜੇ ਆਪਾਂ ਇੱਕ ਹੋਰ ਡਾਟਾ ਸ਼ੀਟ ਦੇਖੀਏ ਕਿ ਉਹਨਾਂ ਨੇ ਇਹਦੇ 'ਚੋਂ ਕੱਢੀ ਕਿੰਨੀ ਆ, ਉਹ ਵੀ ਕਾਫੀ ਹੋਣੀ ਆ, ਕਿਉਂਕਿ ਇਹਦਾ ਟਾਈਮ ਲਾਈਨ ਜਿਹੜਾ ਮੈਂ ਕਹਿੰਦਾ ਵੀ ਹੁਣ ਆਲਮੋਸਟ 30 ਤੋਂ 45 ਦਿਨ ਤੇ ਆ ਗਿਆ। ਮਤਲਬ ਇਹਦੇ ਵਿੱਚ ਆ ਰਹੀਆਂ ਫਾਈਲਾਂ ਇਹ ਐਕਸਟੈਂਸ਼ਨ ਵਾਲੀਆਂ, ਤੇ ਇਹਨਾਂ ਦਾ ਇੰਡੀਆ ਵਾਲੀ ਫਾਈਲ ਤੇ ਬੇਸਿਕਲੀ ਕੋਈ ਵੀ ਫਰਕ ਪੈਂਦਾ ਨਹੀਂ ਹੈਗਾ। ਤੇ ਬਾਈ ਜੀ ਸਟੱਡੀ ਪਰਮਿਟ ਨੂੰ ਕਿੱਦਾਂ ਦੇਖਦੇ ਹੋ? ਜਨਵਰੀ ਇਨਟੇਕ ਦੇ ਵਿੱਚ ਇਹਨਾਂ ਨੇ ਕਹਿਤਾ ਸੀ ਵੀ ਅਸੀਂ ਭਾਈ ਵੀਜ਼ਾ ਨਹੀਂ ਦੇ ਸਕਦੇ, ਮਈ ਇਨਟੇਕ ਵੀ ਹੁਣ ਤੁਹਾਨੂੰ ਪਤਾ ਪ੍ਰੋਗਰੈਸ ਦੇ ਵਿੱਚ ਹੈਗਾ, ਤੇ ਗਾਂ ਸਤੰਬਰ ਇਨਟੇਕ ਵੀ ਹੈਗਾ, ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਜੇ ਬੈਕਲੌਗ ਥੋੜਾ ਜਾਂ ਇਦਾਂ ਘਟਦਾ ਰਿਹਾ ਤਾਂ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਵਾਲੇ ਜਿਹੜੇ ਐਪਲੀਕੈਂਟ ਉਹਨਾਂ ਲਈ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੇਂਜਸ ਹੋ ਸਕਦੇ ਆ, ਵੀਜ਼ਾ ਪਰ ਜਿਹੜਾ ਅਪਰੂਵਲ ਜਾਂ ਕਹਿੰਦੇ ਹੁੰਦੇ ਵੀ ਰਿਫਿਊਜ਼ਲ, ਉਹ ਇੱਕ ਅਲੱਗ ਗੱਲ, ਬਟ ਰਿਜ਼ਲਟ ਡੈਫੀਨਿਟਲੀ ਆਉਣਗੇ। ਇਹ ਗੱਲ ਤੁਸੀਂ ਮੰਨਦੇ ਹੋ ਜਾਂ ਇਹਦੇ ਤੇ ਕੀ ਓਪੀਨੀਅਨ ਆ ਤੁਹਾਡਾ? ਸੋ ਸਟੱਡੀ ਪਰਮਿਟ ਦੀ ਫਿਰ ਆਪਾਂ ਦੁਬਾਰੇ ਜਿੱਥੇ ਗੱਲ ਕਰਦੇ ਹਾਂ ਜੀ, ਵੀ ਜਿਹੜਾ ਸਟੱਡੀ ਪਰਮਿਟ ਆ ਉਹ ਵੀ ਇੱਕ ਇਹੋ ਜਿਹੀ ਸਟਰੀਮ ਹੈ ਜਿੱਥੇ ਆਪਾਂ ਦੇਖੀਏ ਵੀ ਇੱਕ ਸੀਜ਼ਨ ਦੇ ਵਿੱਚ ਫਾਈਲ ਲੱਗਦੀ ਕਿੰਨੀ ਆ। ਸੋ ਆਪਾਂ ਉਸ ਤਰੀਕੇ ਨਾਲ ਜੇ ਦੇਖੀਏ ਤਾਂ 10,000 ਫਾਈਲ ਘਟਾਉਣਾ ਉਹ ਵਧੀਆ ਨੰਬਰ ਆ, ਕਿਉਂਕਿ ਇਹਦੇ ਵਿੱਚ 19 ਫਾਈਲ ਹੀ ਲੱਗੀ ਵੀ ਆ ਤੇ ਉਹਨਾਂ ਨੇ ਉਹਦੇ ਚੋਂ ਰਿਜ਼ਲਟ ਵੀ ਦਿੱਤੇ ਨੇ। ਕਿਉਂਕਿ ਹੁਣ ਜੇ ਮੈਂ ਜਨਵਰੀ ਦੀ ਗੱਲ ਕਰਾਂ ਤਾਂ ਅਕਤੂਬਰ ਵਾਲੇ ਜਿਹੜੇ ਰਿਜ਼ਲਟ ਸੀ ਸਾਰੇ ਉਹਨਾਂ ਨੇ ਜਨਵਰੀ 'ਚ ਦੇਤੇ। ਸੋ ਅਕਤੂਬਰ, ਨਵੰਬਰ, ਦਸੰਬਰ 3 ਕੁ ਮਹੀਨਿਆਂ ਦਾ ਜਿਹੜਾ ਸਟੱਡੀ ਪਰਮਿਟ ਦੀ ਇਹਨੇ ਮੇਨਟੇਨ ਕੀਤੀ ਹੋਈ ਆ ਕਾਫੀ ਫਾਈਲਾਂ ਦੀ। ਸੋ ਉਹ ਇੱਕ ਵਧੀਆ ਸਪੀਡ ਆ ਸਟੱਡੀ ਪਰਮਿਟ ਵਾਸਤੇ ਮੈਂ ਕਹਿਣਾ। ਸੋ ਸਟੂਡੈਂਟਸ ਵਾਸਤੇ ਸਹੀ ਚੱਲ ਰਿਹਾ ਅਜੇ ਤੱਕ, ਇਹਨਾਂ ਨੇ ਉਹ ਸਪੀਡ ਨੂੰ ਮਤਲਬ ਉਸ ਲੈਵਲ ਤੇ ਰੱਖਿਆ ਹੋਇਆ। ਸੋ ਸਟੂਡੈਂਟਸ ਵਾਸਤੇ ਕੋਈ ਬਾਹਲੀ ਘਬਰਾਉਣ ਦੀ ਲੋੜ ਹੈ ਨਹੀਂ, ਤੇ ਉਹਨਾਂ ਦਾ ਇਹ ਹੁੰਦਾ ਕਿ ਉਹਨਾਂ ਦਾ ਦੇਖੋ ਰਿਜ਼ਲਟ ਆ ਹੀ ਜਾਂਦਾ ਹੁੰਦਾ ਇੰਨੇ ਕੁ ਟਾਈਮ ਦੇ ਵਿੱਚ, ਤੇ ਉਹ ਵੈਸੇ ਵੀ ਟੈਂਪਰੇਰੀ ਉਡੀਕ ਰਹੇ ਹੁੰਦੇ ਆ ਕਿ ਹਾਂ ਸਾਨੂੰ ਇੱਕ ਪਾਸਾ ਪਤਾ ਲੱਗੇ ਵੀ ਜਾਂ ਜਾਈਏ ਜਾਂ ਉਹ ਰਿਫਿਊਜ਼ਲ ਦੇਣ ਜਾਂ ਜੋ ਵੀ ਹੁੰਦਾ ਉਹਦੇ 'ਚ, ਹੈ ਨਾ। ਸੋ ਉਹ ਮੈਨੂੰ ਲੱਗਦਾ ਵੀ ਇਹੀ ਇੱਕ ਸਟਰੀਮ ਆ ਜਿਹੜੀ ਆਪਦੇ ਟਾਈਮ ਲਾਈਨ ਜਿਹਦੇ ਉੱਪਰ ਹੁਣ ਚੱਲ ਰਹੀ ਹੈ ਅਕਤੂਬਰ ਤੋਂ ਬਾਅਦ। ਬਾਈ ਜੀ ਅਗਲੀ ਕੈਟੇਗਰੀ ਦੀ ਆਪਾਂ ਗੱਲ ਕਰ ਲਈਏ ਵੀ ਜਾਣੀ ਕਿ ਟੈਂਪਰੇਰੀ ਰੈਜ਼ੀਡੈਂਸ ਪਰਮਿਟ, ਇਹ ਕੀ ਹੁੰਦਾ ਜੀ? ਸੋ ਜਿਹੜਾ TRP ਹੁੰਦਾ ਸਿਮਰ, ਇਹ ਬੇਸਿਕਲੀ ਕੀ ਹੁੰਦਾ ਵੀ ਇਹ ਅੰਦਰੋਂ ਵੀ ਲੱਗਦੇ ਨੇ ਬਾਹਰੋਂ ਵੀ ਲੱਗਦੇ ਨੇ। TRP ਇੱਕ ਇਹੋ ਜਿਹੀ ਚੀਜ਼ ਹੈ ਕਿ ਜੇ ਤੁਹਾਡਾ ਸਟੇਟਸ ਕੈਨੇਡਾ ਦੇ ਵਿੱਚ ਖਤਮ ਹੋ ਗਿਆ ਤਾਂ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਆ TRP ਲਾਉਣ ਦੀ। ਬਾਹਰੋਂ ਆਪਾਂ ਇੱਥੇ ਵੀ ਦੱਸ ਦਿੰਦੇ ਹਾਂ ਵੀ ਜਿਨ੍ਹਾਂ ਤੇ ਬੈਨ ਲੱਗੇ ਹੋਏ ਆ 5-5 ਸਾਲ ਦੇ, ਸੋ ਬੈਨ ਹਟਾਉਣ ਦਾ ਵੀ ਇੱਕ ਜਿਹੜਾ ਸਿਸਟਮ ਹੁੰਦਾ ਉਹ ਆਪਾਂ TRP ਪਹਿਲਾਂ ਲਾਉਂਦੇ ਆ। ਜੇ ਤੁਸੀਂ ਬੈਨ ਉਹ ਹਟਵਾਉਣਾ ਤਾਂ ਆਪਾਂ TRP ਅਪਰੂਵ ਕਰਾ ਕੇ ਤੇ ਉਹ ਤੋਂ ਬਾਅਦ ਫਿਰ ਆਪਣਾ ਅੱਗੇ ਪ੍ਰੋਸੈਸ ਚੱਲਦਾ। ਸੋ TRP ਉਹ ਹੁੰਦੇ ਨੇ। ਸੋ TRP ਬੇਸਿਕਲੀ ਮੈਂ ਕਹਿੰਦਾ ਵੀ ਇਹਨਾਂ ਕੋਲੇ ਇਹਦਾ ਡਾਟਾ ਕਾਫੀ ਹੱਦ ਤੱਕ ਇਸ ਕਰਕੇ ਜਾਂ ਤਾਂ ਉਹਨਾਂ ਨੇ ਦਿੱਤਾ ਨਹੀਂ ਜਾਂ ਹੈਗਾ ਨਹੀਂ, ਕਿਉਂਕਿ ਇਹ ਕਾਈਂਡ ਆਫ ਕਾਫੀ ਜ਼ਿਆਦਾ ਲੰਬੀ ਪ੍ਰੋਸੈਸ ਹੁੰਦੀ ਆ। ਆਲਮੋਸਟ ਲਾ ਕੇ ਚੱਲੋ ਵੀ 8-9-10 ਮਹੀਨੇ ਆਮ ਹੀ ਇਹਦੇ 'ਚ ਲੱਗ ਜਾਂਦੇ ਆ, ਈਵਨ ਸਾਲ ਵੀ ਲੱਗ ਜਾਂਦਾ ਕੁਛ ਆਉਂਦੇ ਤੇ। ਸੋ ਇਹਦਾ ਐਕੂਰੇਟ ਮੈਨੂੰ ਲੱਗਦਾ ਵੀ ਉਹਨਾਂ ਕੋਲੇ ਇੰਨੇ ਛੋਟੇ ਟਾਈਮ ਦੇ ਵਿੱਚ ਡਾਟੇ ਦਾ ਚੇਂਜ ਮੈਨੂੰ ਲੱਗਦਾ ਵੀ ਉਹਨਾਂ ਕੋਲੇ ਹੈਗਾ ਨਹੀਂ ਸੀ ਕੁਛ ਖਾਸ। ਠੀਕ ਹੈ ਜੀ। ਅਗਲੀ ਕੈਟੇਗਰੀ ਬਾਈ ਜੀ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਵਾਲੇ ਆ ਗਏ। ਇਹਦੇ ਵਿੱਚ ਬਾਈ ਜੀ ਇਹ ਦੱਸੋ ਕਿ ਸਪਾਊਸ ਓਪਨ ਵਰਕ ਪਰਮਿਟ ਵਾਲੇ ਇਹਦੇ ਵਿੱਚ ਆਉਂਦੇ ਆ ਜਾਂ ਵਰਕ ਪਰਮਿਟ? ਨਹੀਂ ਜੀ, ਉਹ ਆਉਣਗੇ ਵਰਕ ਪਰਮਿਟ ਦੇ ਵਿੱਚ। ਸੋ ਜਿਹੜਾ TRV ਆ ਜੀ, TRV ਦੇ ਵਿੱਚ 3 ਚੀਜ਼ਾਂ ਆਉਂਦੀਆਂ ਨੇ।
ਪਹਿਲੀ ਚੀਜ਼ ਇਹਦੇ ਵਿੱਚ ਆਉਂਦੀ ਆ ਬਾਈ ਜੀ, ਆਪਣਾ ਵਿਜ਼ਟਰ ਵੀਜ਼ਾ, ਆਮ ਵਿਜ਼ਟਰ ਵੀਜ਼ਾ। ਕੋਈ ਵੀ ਬੰਦਾ ਬਿਜ਼ਨਸ ਤੇ ਆ ਰਿਹਾ ਹੈ, ਕੋਈ ਵਿਜ਼ਿਟ ਕਰਨ ਆ ਰਿਹਾ ਹੈ, ਫੈਮਿਲੀ ਨੂੰ ਮਿਲਣ ਆ ਰਿਹਾ, ਉਹ ਸਾਰੇ ਇਹਦੇ ਚ ਆਉਣਗੇ ਜੋ ਬਾਹਰੋਂ ਲੱਗਦਾ। ਫਿਰ ਇਹਦੇ ਚ ਸੁਪਰ ਵੀਜ਼ਾ ਆ ਗਿਆ, ਜਿਹੜਾ ਇੱਥੇ PR ਜਾਂ ਸਿਟੀਜ਼ਨ ਨੇ ਆਪਣੇ ਪੇਰੈਂਟਸ ਵਾਸਤੇ ਲਵਾ ਸਕਦੇ ਆ। ਤੇ ਨਾਲ ਹੀ ਇਸ TRV ਦੇ ਵਿੱਚ ਆ ਗਈਆਂ ਸਾਰੀਆਂ ਜਿਹੜੀਆਂ ਇਨ ਕੈਨੇਡਾ ਆਪਾਂ ਜਿਹਨੂੰ ਕਹਿ ਦਿੰਦੇ ਆ ਵੀ ਆਪਾਂ ਸਟੈਂਪ ਵਧਾਉਣੀ ਆ, ਓਕੇ ਜੀ। ਜਿਹੜੀ ਪਾਸਪੋਰਟ ਤੇ ਸਟੈਂਪ ਮੁੱਕੀ ਪਈ ਆ, ਉਹ ਵੀ ਸਾਰੇ ਇਹਦੇ ਵਿੱਚ ਹੀ ਆ ਗਏ। ਸੋ ਬੇਸਿਕਲੀ ਇਹ ਕਹਿ ਲਓ ਵੀ ਟੈਂਪਰੇਰੀ ਦੇ ਵਿੱਚ ਇਹ ਸਭ ਤੋਂ ਵੱਡੀ ਕੈਟਾਗਰੀ ਹੁੰਦੀ ਆ ਵੈਸੇ ਵੀ। ਤੇ ਉਹ ਆ ਵੀ ਇਹਨਾਂ ਨੇ 35,000 ਪਾਸ ਵੀ ਕੀਤੀ ਆ, ਤੇ ਇਹ ਲੱਗਦੀ ਵੀ ਬਹੁਤ ਆ ਵੀ ਇਹ ਤਾਂ ਮਹੀਨੇ ਦੇ ਵਿੱਚ ਮਤਲਬ ਇਹਦਾ ਹਜ਼ਾਰਾਂ 'ਚ ਹੀ ਕੰਮ ਆ ਵੀ ਫਾਈਲ ਲੱਗ ਜਾਂਦੀ ਆ। ਸੋ ਇਹਦੇ ਲੱਗਣ ਦਾ ਰੇਟ ਜਦੋਂ ਦਾ ਨਵਾਂ ਪੋਰਟਲ ਆਇਆ ਵਧਿਆ ਵੀ ਆ। ਤੇ ਇਹਦੇ 'ਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਵੀ ਨਵੇਂ ਪੋਰਟਲ ਦੇ ਵਿੱਚ ਰਿਜ਼ਲਟ ਕਾਫੀ ਫਾਸਟ ਆਏ ਆ, ਵੀ ਮਤਲਬ 15-20 ਦਿਨ ਤੋਂ ਲੈ ਕੇ ਮਹੀਨਾ 2 ਮਹੀਨੇ ਵਾਲੀਆਂ ਆਪਣੇ ਕੋਲੇ ਫਾਈਲਾਂ ਹੈਗੀਆਂ। ਸਪੈਸ਼ਲੀ ਸੁਪਰ ਵੀਜ਼ਾ ਤਾਂ 15-15 20 ਦਿਨ ਦੇ ਵਿੱਚ ਉਹਨਾਂ ਨੇ ਫਾਈਲਾਂ ਚੱਕ ਕੇ ਉਹ ਮਾਰੀਆਂ। ਸੋ ਇਹ ਕਾਫੀ ਵਧੀਆ ਕੰਮ ਕਰ ਰਿਹਾ ਇਸ ਟਾਈਮ ਦੇ ਉੱਪਰ। ਭਾਈ ਜੀ ਇੱਥੇ ਇੱਕ ਚੀਜ਼ ਹੋਰ, ਮੈਂ ਵੈਸੇ ਤਾਂ ਹੈ ਆਫ ਟਾਪਿਕ ਆ, ਠੀਕ ਹੈ, ਉਹ ਹੈਗੀ ਆ ਕਿ ਜਿਨ੍ਹਾਂ ਨੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ, ਸਾਲ 2-2 ਸਾਲ ਹੋ ਗਏ ਆ, ਉਹ ਹੁਣ ਬਾਈ ਜੀ ਵਿਜ਼ਟਰ ਵੀਜ਼ਾ ਵਾਲਾ ਰੁੱਖ ਜਿਹਾ ਕਰ ਰਹੇ ਆ। ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਚੀਜ਼ ਪੋਸੀਬਲ ਹੈਗੀ ਹੈ? ਮੈਂ ਇੱਥੇ ਖਾਸ ਤੌਰ ਤੇ ਪੰਜਾਬ ਵਾਲੇ ਜਿਹੜੇ ਐਪਲੀਕੈਂਟ ਆ, ਮੈਂ ਉਹਨਾਂ ਦੇ ਬਾਰੇ ਗੱਲ ਕਰਨ ਲੱਗਿਆ, ਕਿਉਂਕਿ ਸਾਰੇ ਕਹਿੰਦੇ ਵੀ ਖਿੱਚ ਲਓ ਸਟੂਡੈਂਟਾਂ ਨੂੰ ਵੀ ਤਿਆਰੀ, ਤੇ ਵਰਕ ਪਰਮਿਟ ਵਾਲੇ ਵੀ ਖਿੱਚ ਲਓ ਤਿਆਰੀ, ਤੇ PR ਵਾਲੇ ਵੀ ਖਿੱਚ ਲਓ ਤਿਆਰੀ, ਵੀ ਕੰਮ ਨੇੜੇ ਆ। ਠੀਕ ਹੈ ਬਾਈ ਜੀ, ਹੁਣ ਸਪਾਊਸ ਓਪਨ ਵਰਕ ਪਰਮਿਟ ਦਾ ਰਿਜ਼ਲਟ ਨਹੀਂ ਆ ਰਿਹਾ, ਤੇ ਕੀ ਵਿਜ਼ਟਰ ਵੀਜ਼ਾ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ? ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਦਿਓ, ਬਾਕੀ ਆਪਾਂ ਬਰੀਫ ਕਿਸੇ ਦਿਨ ਹੋਰ ਗੱਲਬਾਤ ਕਰ ਲਾਂਗੇ। ਬਿਲਕੁਲ ਲਾਉਣਾ ਚਾਹੀਦਾ ਜੀ, ਕਿਉਂਕਿ ਘੱਟੋ ਘੱਟ ਉਹ ਰਿਜ਼ਲਟ ਦੇ ਰਹੇ ਨੇ। ਉਹ ਤੁਹਾਡਾ ਇੱਕ ਪਾਸਾ ਕਰ ਦਿੰਦੇ ਆ ਵੀ ਇੱਧਰ ਜਾਂ ਉੱਧਰ। ਹੁਣ ਉਹ ਫਿਰ ਅੱਗੇ ਡਿਟੇਲ ਟੌਪਿਕ ਆ ਵੀ ਕਿਹਨੂੰ ਲਾਉਣਾ ਚਾਹੀਦਾ, ਕੀ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਨੇ, ਰਿਜ਼ਲਟ ਚੰਗੇ ਆਉਣਗੇ ਜਾਂ ਮਾੜੇ ਆਉਣਗੇ, ਉਹ ਫਿਰ ਆਪਾਂ ਇੱਕ ਪੂਰੀ ਵੀਡੀਓ ਉਹਦੇ ਤੇ ਕਰ ਲਾਂਗੇ। ਬਾਈ ਜੀ ਅੱਗੇ ਆ ਜਾਂਦਾ ਵਿਜ਼ਟਰ ਰਿਕਾਰਡ। ਇਹ ਵਿਜ਼ਟਰ ਰਿਕਾਰਡ ਹੈ ਕੀ ਆ, ਤੇ ਇਹ ਜਾਨੀ ਕਿ 5504 ਵੱਧ ਗਈਆਂ ਐਪਲੀਕੇਸ਼ਨਾਂ ਜੀ, ਇਹ ਹੈ ਕੀ ਆ? ਸੋ ਵਿਜ਼ਟਰ ਰਿਕਾਰਡ ਜੀ, ਮੋਟੀ ਜੀ ਆਪਾਂ ਗੱਲ ਕਰੀਏ, ਇਹ ਇੱਕ ਤਰ੍ਹਾਂ ਜਿਹੜੇ ਬੰਦੇ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਆ ਜਾਂਦੇ ਆ। ਸੋ ਵਿਜ਼ਟਰ ਵੀਜ਼ਾ ਤੁਹਾਡੇ ਲੱਗਿਆ ਹੋਇਆ 10 ਸਾਲ ਦਾ, ਬਟ ਤੁਸੀਂ ਇੱਕ ਐਂਟਰੀ ਤੇ ਰਹਿ 6 ਮਹੀਨੇ ਹੀ ਸਕਦੇ ਹੋ, ਰਾਈਟ। ਜਾਂ ਜਿਹੜੇ ਸੁਪਰ ਵੀਜ਼ਾ ਤੇ ਆਏ ਆ ਉਹਨਾਂ ਨੂੰ ਕਿਹਾ ਵੀ 2 ਸਾਲ ਦੀ ਉਹਨਾਂ ਦੇ ਸਟੈਂਪ ਲਾਤੀ ਜਦੋਂ ਉਤਰੇ ਕਿ 2 ਸਾਲ ਰਹਿਣਾ, ਬਟ ਹੁਣ 2 ਸਾਲ ਉਹਨਾਂ ਦੇ ਮੁੱਕ ਗਏ। ਸੋ ਉਹ 6 ਮਹੀਨੇ ਤੋਂ ਬਾਅਦ ਜਾਂ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ 2 ਸਾਲ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਜ਼ਟਰ ਰਿਕਾਰਡ ਬਣਵਾਉਣਾ ਪੈਂਦਾ ਹੈ। ਸੋ ਇਹ ਇੱਕ ਤਰ੍ਹਾਂ ਉਹ ਹੈ ਕਿ ਵਿਜ਼ਟਰ ਵੀਜ਼ਾ ਤੇ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਰਹਿਣਾ ਹੋਰ ਮੰਗਦੇ ਨੇ ਉਹ। ਸੋ ਇਹਦੇ ਵਧਣ ਦਾ ਇੱਕ ਵੱਡਾ ਕਾਰਨ ਕੋਵਿਡ ਆ ਜੀ। ਸੋ ਮਤਲਬ ਵੱਡਾ ਇੱਕ ਕਹਿ ਲਓ ਇੱਕ ਆਪਣੇ ਕੋਲੇ ਇਮੀਗ੍ਰੇਸ਼ਨ ਨੂੰ ਦੱਸਣ ਵਾਸਤੇ ਇੱਕ ਗੱਲ ਹੈਗੀ ਆ ਜੀ ਵੀ ਹਾਂ ਵੀ ਫਲਾਈਟਾਂ ਬੰਦ ਸੀ ਜੀ, ਕੋਵਿਡ ਹੈ, ਔਖਾ ਹੈ ਟਰੈਵਲ ਕਰਨਾ। ਸੋ ਲੋਕਾਂ ਨੇ ਇਹ 2-2 3-3 ਵਾਰੀ 6-6 ਮਹੀਨੇ ਕਰਕੇ ਕਿੰਨੀ ਵਾਰੀ ਵਧਾ ਲਏ। ਸੋ ਇਸ ਕਰਕੇ ਇਹ ਕਾਫੀ ਜ਼ਿਆਦਾ ਲੱਗ ਰਹੇ ਆ, ਹੁਣ ਵੀ ਲੱਗ ਰਹੇ ਆ। ਤੇ ਆਮ ਦਿਨਾਂ ਦੇ ਵਿੱਚ ਮਤਲਬ ਕੋਵਿਡ ਤੋਂ ਜੇ ਆਪਾਂ ਪਹਿਲਾਂ ਵਾਲੀ ਗੱਲ ਕਰੀਏ ਤਾਂ ਇਹਦਾ ਨੰਬਰ ਕਾਫੀ ਘੱਟ ਹੁੰਦਾ ਸੀ, ਹੁਣੇ ਕਾਫੀ ਵੱਧਦਾ। ਭਾਈ ਜੀ ਅਗਲੀ ਕੈਟੇਗਰੀ ਆ ਗਈ ਵਰਕ ਪਰਮਿਟ ਵਾਲੇ। ਹੁਣ ਇੱਥੇ ਆਪਾਂ ਗੱਲ ਕਰੀਏ ਕਿ ਜਿਹੜਾ ਵਰਕ ਪਰਮਿਟ ਆ ਉਸ ਕੈਟੇਗਰੀ ਦੇ ਵਿੱਚ ਫਾਲ ਕਰਦੇ ਜਿਹੜੇ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਜਿਹੜੇ ਬੈਠੇ ਆ, ਫਿਰ ਤਾਂ ਬਾਈ ਜੀ 85,526 ਜਾਨੀ ਕਿ ਹੈਗੇ ਆ, ਤੇ 78,000 ਵੀ ਇੱਕ ਪਾਸੇ ਲਿਖਿਆ ਜਾ ਰਿਹਾ। ਪਰ ਇੱਥੇ ਮਾੜੀ ਗੱਲ ਇੱਕ ਇਹ ਆ ਕਿ 12,349 ਐਪਲੀਕੇਸ਼ਨਾਂ ਜਿਹੜੀਆਂ ਹੋਰ ਐਡ ਆਨ ਹੋ ਗਈਆਂ ਜੀ। ਬਿਲਕੁਲ। ਸੋ ਵਰਕ ਪਰਮਿਟ ਦੀ ਜੇ ਆਪਾਂ ਗੱਲ ਕਰੀਏ ਜੀ, ਇਹਦੇ 'ਚ ਹਰ ਤਰ੍ਹਾਂ ਦਾ ਵਰਕ ਪਰਮਿਟ ਆ ਜਾਂਦਾ। ਪਰ ਜੇ ਆਪਾਂ ਇਹਦੇ 'ਚ ਆਪਣੇ ਪੰਜਾਬ ਦੇ ਕੰਟੈਕਸਟ 'ਚ ਗੱਲ ਕਰੀਏ ਤਾਂ ਮੈਜੋਰਿਟੀ ਸਪਾਊਸਲ ਓਪਨ ਵਰਕ ਪਰਮਿਟ ਹੀ ਹੋਊਗਾ। ਉਹ ਤੋਂ ਬਾਅਦ ਦੂਜੇ ਨੰਬਰ ਵਾਲਾ ਜੇ ਲਾਈਏ ਆਪਾਂ ਇਹਦੇ ਵਿੱਚ ਕਹਿ ਲਓ ਵੀ ਪੰਜਾਬ ਦੇ ਕੇਸ ਦੇ ਵਿੱਚ LMIA ਬੇਸਡ ਹੋਣਗੇ ਕੁਛ, ਤੇ ਕੁਛ ਮਤਲਬ ਛੋਟੇ ਮੋਟੇ ਆ ਦੂਜੇ ਪ੍ਰੋਗਰਾਮਾਂ 'ਚ ਹੋ ਸਕਦੇ ਆ ਵੀ ਕਿਸੇ ਦੀ PR ਦੀ ਫਾਈਲ ਲੱਗੀ ਆ ਜਾਂ ਕੁਛ ਐਵੇਂ ਦਾ। ਸੋ ਪੰਜਾਬ ਦੇ ਕੇਸ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਮੈਨੂੰ ਲੱਗਦਾ ਵੀ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਹੀ ਇਹਦੇ 'ਚ ਮੋਸਟਲੀ ਹੋਣਗੇ ਜਿਹੜੇ ਪੈਂਡਿੰਗ ਨੇ। ਬਟ ਇਹਦੇ ਵਿੱਚ ਨਾਲ ਹੀ ਇਹ ਆ ਵੀ ਇਨਸਾਈਡ ਕੈਨੇਡਾ ਦੇ ਜੇ ਆਪਾਂ ਗੱਲ ਕਰੀਏ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵੀ ਇਹਦੇ ਵਿੱਚ ਹੀ ਆ ਜਾਂਦੇ ਆ। ਠੀਕ ਹੈ ਜੀ, ਠੀਕ ਹੈ। ਸੋ ਬੇਸਿਕਲੀ ਇਹ ਮਤਲਬ ਉਹਨਾਂ ਨੇ ਫਾਈਲਾਂ ਹੁਣ ਜਿਵੇਂ ਆਪਾਂ ਦੇਖਿਆ ਕੱਢੀਆਂ ਵੀ ਨੇ, ਬਟ 12,000 ਵੱਧ ਗਿਆ ਘਟਣ ਦੀ ਬਜਾਏ। ਸੋ ਇਹ ਤੁਸੀਂ ਦੇਖ ਹੀ ਸਕਦੇ ਹੋ ਵੀ ਇੱਥੇ ਪ੍ਰੈਸ਼ਰ ਬਹੁਤ ਆ। ਤੇ
ਇਹ ਕਾਈਂਡ ਆਫ ਵੀ ਐਟ ਦਾ ਐਂਡ ਜਾ ਕੇ ਇਹਨਾਂ ਨੇ ਚੱਕਣਾ, ਕਿਉਂਕਿ ਉਹੀ ਸਪਾਊਸਲ ਓਪਨ ਵਰਕ ਪਰਮਿਟ ਅਜੇ ਵੀ ਉਹਨਾਂ ਦੀ ਕੋਈ ਪ੍ਰਾਇੋਰਟੀ ਹੈਗੀ ਨਹੀਂ ਜੀ। ਬਟ ਬਾਈ ਜੀ ਇੱਥੇ ਮੈਂ ਇੱਕ ਚੀਜ਼ ਰੋਕਣਾ ਚਾਹੂੰਗਾ ਕਿ ਇਹਨਾਂ ਨੇ ਜਿਹੜੀਆਂ ਦਸੰਬਰ 2021 ਦੇ ਵਿੱਚ ਐਪਲੀਕੇਸ਼ਨ ਲੱਗੀਆਂ ਸੀਗੀਆਂ, ਜਨਵਰੀ 1 ਨੂੰ ਲੱਗੀਆਂ ਸੀ, ਉਹਨਾਂ ਨੂੰ ਖਤਮ ਕਰਤਾ, ਉਹਨਾਂ ਨੂੰ ਪੀਪੀਆਰ ਦੇਤੀ ਆ, ਅਪਰੂਵਲ ਰਿਫਿਊਜ਼ਲ ਦੇਤੀ ਆ, ਤੇ ਨਾਲ ਦੀ ਨਾਲ ਜਿਹੜੀਆਂ ਐਪਲੀਕੇਸ਼ਨਾਂ 2020 ਦੀਆਂ ਆਪਾਂ ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਉਹ ਕਿਤੇ ਕਿਤੇ ਜਾਣੀ ਕਿ ਆਪਦਾ ਐਵਰੇਜ ਟਾਈਮ ਸੈੱਟ ਕਰਨ ਦੇ ਲਈ ਉਹ ਕਿਤੋਂ ਨਾ ਕਿਤੋਂ ਕੁਝ ਚੀਜ਼ਾਂ ਪਿਕ ਕਰ ਲੈਂਦੇ ਆ। ਸੋ ਇਹ ਬੜੀ ਹੈਰਾਨੀਜਨਕ ਗੱਲ ਸੀ ਵੀ ਕਿਤੇ ਨਾ ਕਿਤੇ ਤਾਂ ਸਾਨੂੰ ਇਹ ਲੱਗਦਾ ਕਿ ਚਲੋ ਚੰਗੀ ਖਬਰ ਆ, ਸਪਾਊਸ ਓਪਨ ਵਰਕ ਪਰਮਿਟ ਵਾਲੇ ਵੀ ਆਉਣਗੇ, ਠੀਕ ਹੈ, ਆਪਦਾ ਇੰਜੋਏ ਕਰਨਗੇ, ਸਾਰਾ ਕੁਝ ਕਰਨਗੇ, ਬਟ ਮਸਲਾ ਫਿਰ ਉੱਥੇ ਦਾ ਉੱਥੇ ਹੀ ਆ ਜਾਂਦਾ ਬਾਈ ਜੀ ਵੀ ਪ੍ਰੋਪਰ ਤਰੀਕੇ ਨਾਲ ਗੱਲਬਾਤ ਖੜੀ ਸਿਰਫ ਇੱਥੇ ਆ ਕਿ ਪਹਿਲਾਂ ਜਿਹੜੀਆਂ ਦੂਜੀਆਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਐਪਲੀਕੇਸ਼ਨਾਂ ਸਟ੍ਰੀਮਲਾਈਨ ਹੈਗੀਆਂ, ਪਹਿਲਾਂ ਉਹਨਾਂ ਤੇ ਕੰਮ ਹੋਊਗਾ, ਫਿਰ ਜਾ ਕੇ ਇਹਨਾਂ ਦਾ ਨੰਬਰ ਆਊਗਾ। ਬਟ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਾਈ ਜੀ ਜਮਾਂ ਹੀ ਇਹ ਜਾਣੀ ਕਿ ਹੱਥ ਹੀ ਘੁੱਟ ਲਿਆ ਵੀ ਠੀਕ ਆ, ਹੁਣ ਉਹਨਾਂ ਨੇ ਕੁਝ ਕਰਨਾ ਨਹੀਂ। ਫਾਇਦਾ ਦੇਖੋ ਇਹਦੇ ਚੋਂ ਸਭ ਦਾ ਹੋਊਗਾ, ਬਟ ਗੱਲ ਇਹ ਹੀ ਆ ਵੀ ਫਾਇਦਾ ਉਹ ਗੱਲ ਵੀ ਹੈ ਨਹੀਂ ਵੀ ਚੱਕ ਲਓ ਰੱਖ ਲਓ ਵਰਕ ਪਰਮਿਟ ਵਾਲਿਆਂ ਦੀ ਹੁਣੀ ਹੋ ਜਾਣੀ ਆ, ਉਹਦੇ 'ਚ ਟਾਈਮ ਲੱਗੂਗਾ। ਉਹ ਟਾਈਮ ਮਤਲਬ ਮੈਂ ਜਿਹੜੀ ਟਾਈਮ ਲਾਈਨ ਅਜੇ ਰੱਖ ਕੇ ਚੱਲ ਰਿਹਾ ਵੀ ਜਿਵੇਂ ਇਹ ਕੰਮ ਕਰ ਰਹੇ ਨੇ 5 ਤੋਂ 6 ਮਹੀਨੇ ਆ, ਕਿ ਉਦੋਂ ਆਪਾਂ ਨੂੰ ਐਟਲੀਸਟ ਰਿਜ਼ਲਟ ਆ ਜਿਹੜੇ ਉਹ ਕਾਫੀ ਹੱਦ ਤੱਕ ਨਾਰਮਲ ਟਾਈਮ ਲਾਈਨ 'ਚ ਮਿਲਣ ਲੱਗ ਜਾਣਗੇ। ਹੁਣ ਅੱਗੇ ਕੀ ਹੁੰਦਾ ਹੈ, ਕੋਈ ਪ੍ਰੋਗਰਾਮ ਕਿਵੇਂ ਆਉਂਦਾ ਜਾਂ ਕੀ ਕਰਦੇ ਆ, ਕੀ ਨਹੀਂ ਕਰਦੇ, ਉਹ ਕਾਫੀ ਸਿਚੁਏਸ਼ਨਾਂ ਹੈਗੀਆਂ ਵੀ ਇਹ ਬਦਲ ਵੀ ਸਕਦਾ। ਬਟ ਫਿਲਹਾਲ ਆਪਾਂ ਇਹ ਸੇਫਲੀ ਕਹਿ ਸਕਦੇ ਹਾਂ ਵੀ ਅਜੇ ਵੀ 4 ਤੋਂ 5 ਤੋਂ 6 ਮਹੀਨੇ ਵਰਕ ਪਰਮਿਟ ਵਾਲਾ ਜਿਵੇਂ ਜੇ ਸਿਸਟਮ ਹੁਣ ਚੱਲ ਰਿਹਾ, ਰਿਜ਼ਲਟ ਆ ਰਹੇ ਨੇ, ਐਵੇਂ ਜੇ ਆਉਂਦੇ ਰਹਿਣਗੇ, ਬਟ ਇਹ ਤੋਂ ਵੱਧ ਚੱਕ ਲੋ ਧਰ ਲੋ ਨਹੀਂ ਹੋਣੀ। ਠੀਕ ਹੈ ਜੀ, ਠੀਕ ਹੈ, ਵੀ ਇਹ ਤਾਂ ਹੁਣ ਆਪਾਂ ਉਹ ਕਹਿ ਸਕਦੇ ਹਾਂ। ਬਾਕੀ ਬਾਈ ਜੀ ਜਿਹੜੇ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਹੈਗੇ ਆ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਕਿ ਉਹ ਜੇ ਰਿਜ਼ਲਟ ਨਹੀਂ ਆਉਂਦਾ ਤਾਂ ਉਹ ਪਰਮਾਨੈਂਟ ਰੈਜ਼ੀਡੈਂਸੀ ਦਾ, ਜਿਵੇਂ ਹੁਣ ਰੌਲਾ ਜਿਹਾ ਪੈ ਰਿਹਾ ਕਿ TR to PR ਫੇਰ ਆਊਗਾ, ਪਰ ਮੈਂ ਉਹਦੇ ਕਹਿਣ ਤਰ੍ਹਾਂ ਆਪਾਂ ਉਹਨਾਂ ਚਿਰ ਖੰਡਨ ਨਹੀਂ ਕਰਦੇ ਹੁੰਦੇ, ਠੀਕ ਹੈ, ਵੀ ਆਪਾਂ ਅਫਵਾਹ ਮੰਨਦੇ ਹਾਂ, ਜਿਵੇਂ ਆਪਾਂ ਬੇਸਿਕਲੀ ਕੈਨੇਡੀਅਨ ਲੈਂਗੁਏਜ ਦੇ ਵਿੱਚ ਜਾਂ ਕੋਈ ਇੱਕ ਸਹੀ ਜੇ ਆਪਾਂ ਦੇਖਿਆ ਜਾਵੇ ਇੱਕ ਯੂਟਿਊਬਰ ਦੇ ਅਨੈਸਟ ਓਪੀਨੀਅਨ ਦੇ ਨਾਲ ਵੀ ਹਾਂ ਇਹ ਅਫਵਾਹ ਮੰਨ ਸਕਦੇ ਹਾਂ। ਬਾਕੀ ਬਾਈ ਜੀ TR to PR ਦੇ ਰਿਜ਼ਲਟ ਦਾ ਵੀ ਕੀ ਚੱਲ ਰਿਹਾ, ਉਹ ਮਾੜਾ ਜਿਹਾ ਦੱਸ ਦਿਓ ਇੱਥੇ। ਸੋ ਰਿਜ਼ਲਟ ਜੀ TR to PR ਦੇ ਕਾਫੀ ਸਲੋ ਨੇ। ਸਲੋ ਹੋਣ ਦਾ ਕਾਰਨ ਵੀ ਮੈਨੂੰ ਇਹੀ ਲੱਗਦਾ ਵੀ ਇਹਨਾਂ ਨੇ FSW ਨੂੰ ਥੋੜਾ ਜਿਹਾ ਵਲ ਵੱਧ ਪਾਇਆ ਹੋਇਆ, ਉਧਰ ਨੂੰ ਜ਼ਿਆਦਾ ਇਹਨਾਂ ਦਾ ਹੈਗਾ ਇਸ ਟਾਈਮ ਤੇ ਰੁਝਾਨ ਕਿ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਵਾਰੀ ਕੁਛ ਨਾ ਕੁਛ ਦੇਈਏ, ਕੁਛ ਖੜਾਈਏ, ਕਿਉਂਕਿ ਉਹ 2020 ਦੇ ਵਿਚਾਰੇ ਬੈਠੇ ਆ, ਉਹਨਾਂ ਨੂੰ 2 ਸਾਲ ਹੋ ਚੱਲੇ ਆ। ਸੋ ਉਧਰ ਨੂੰ ਥੋੜਾ ਜਿਹਾ ਵੱਧ ਹੈ। TR to PR ਦਾ ਜਿਵੇਂ ਇਹਨਾਂ ਨੂੰ ਕਾਫੀ ਹੱਦ ਤੱਕ ਜਿਵੇਂ ਮੈਂ ਕਹਿੰਦਾ ਵੀ ਫੋਕਸ ਹੀ ਦਸੰਬਰ ਦੇ ਵਿੱਚ, ਸੋ ਦਸੰਬਰ ਲੰਘਣ ਤੋਂ ਬਾਅਦ ਹੁਣ ਉਹ ਫੋਕਸ ਇਹਨਾਂ ਦਾ TR to PR ਤੇ ਉਵੇਂ ਨਹੀਂ ਹੈਗਾ, ਬਹੁਤ ਹੌਲੀ ਚੱਲ ਰਿਹਾ। ਮੈਨੂੰ ਲੱਗਦਾ ਵੀ ਹੁਣ ਤਾਂ ਇਹ ਆ ਵੀ ਦਿਨ 'ਚ 1-2 ਖਬਰ ਕਿਤੋਂ ਨਾ ਕਿਤੋਂ ਸੁਣੀ ਦੀ ਆ ਵੀ ਕਿਸੇ ਪਾਸੇ ਆ ਗਿਆ, ਕਿਸੇ ਪਾਸੇ ਆਇਆ, ਨਹੀਂ ਤਾਂ ਮਤਲਬ ਦਸੰਬਰ 'ਚ ਇਹ ਸੀ ਵੀ ਇੱਕ ਜਣੇ ਕੋਲ, ਜਿਵੇਂ ਆਪਣੇ ਹੋਰ ਵੀ RCIC ਮਿੱਤਰ ਹੈਗੇ ਵੀ ਕਿਸੇ ਦੇ 10 ਡਿੱਗੇ, ਕਿਸੇ ਦੇ 12 ਡਿੱਗੇ, ਇਸ ਤਰ੍ਹਾਂ ਇੱਕ ਰਿਜ਼ਲਟ ਡਿੱਗ ਰਹੇ ਸੀ। ਸੋ ਉਹਨਾਂ ਨੂੰ ਵੀ, ਬਟ ਉਹ ਫਿਰ ਵੀ ਇਹਦੇ ਨਾਲੋਂ ਵੱਧ ਪ੍ਰਾਇੋਰਟੀ 'ਚ ਨੇ, ਜਿਵੇਂ ਆਪਾਂ ਜੇ ਸਪਾਊਸਲ ਓਪਨ ਵਰਕ ਪਰਮਿਟ ਨਾਲ ਉਹਨਾਂ ਨੂੰ ਕੰਪੇਅਰ ਕਰੀਏ, ਸੋ ਉਹਨਾਂ ਨੂੰ ਪਹਿਲਾਂ ਕੱਢਣਗੇ ਇਹਨਾਂ ਨਾਲੋਂ। ਸੋ ਆਉਣ ਵਾਲੇ ਕਹਿ ਲਓ ਵੀ 2-3 ਮਹੀਨਿਆਂ ਦੇ ਵਿੱਚ ਮੈਂ ਦੁਬਾਰੇ ਸੋਚਦਾ ਵੀ ਉਹਨਾਂ ਕਨੀ ਦੁਬਾਰੇ ਜਾਣਗੇ ਇਹ, ਸੋ ਉਹਨਾਂ ਨੂੰ ਚੰਗੀ ਖਬਰ ਮਿਲ ਸਕਦੀ ਆ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਤੇ ਆ ਬਾਈ ਜੀ ਮੇਰੇ ਹਿਸਾਬ ਨਾਲ ਫਿਰ ਇਹਦੇ ਵਿੱਚ ਆ ਕੀ ਹੋ ਗਿਆ, ਮੈਨੂੰ ਇਹ ਦੱਸੋ ਕਿ ਇੱਕ ਹੋਰ ਇਹਨਾਂ ਨੇ ਦਿੱਤਾ ਹੈ ਪਰਸਨ ਐਜ਼ ਏ ਫਰਵਰੀ, ਠੀਕ ਹੈ, ਇੱਥੇ ਇਹਨਾਂ ਨੇ ਹਾਂਜੀ ਇਹ 3 ਬੇਸਿਕਲੀ ਹੈਗਾ, ਮਤਲਬ ਇੱਕ ਪਾਸੇ 3 ਨੇ ਅਕਤੂਬਰ ਵਾਲਾ ਟੇਬਲ ਵੀ ਨਾਲ ਲਾਇਆ ਇਹਨਾਂ ਨੇ, ਜਿਹੜਾ ਦੂਜਾ ਟੇਬਲ ਸੀ ਇਹਦੇ 'ਚ ਸਿਰਫ 2 ਹੀ ਟੇਬਲ ਆ, ਜਿਹੜਾ ਦਸੰਬਰ 15 ਨੂੰ ਆਪਾਂ ਨੂੰ ਮਿਲਿਆ ਸੀ, ਤੇ ਇੱਕ ਨੂੰ ਕਿੰਨਾ ਤੇ ਡਿਫਰੈਂਸ ਕਿੰਨਾ ਉਦੋਂ ਤੋਂ ਆਇਆ ਹੁਣ ਤੱਕ। ਹਾਂਜੀ ਇਹਦੇ ਬਾਰੇ ਵੀ ਬਾਈ ਜੀ ਗੱਲ ਕਰ ਲਈ ਆਪਾਂ ਮਾੜੀ ਜੀ, ਇਹ ਫਿਰ ਇਹ ਲੇਟੈਸਟ ਵਨ ਹੈ ਜੀ। ਹਾਂਜੀ ਇਹੀ ਆਪਾਂ ਹੁਣ ਡਿਸਕਸ ਕਰਕੇ ਹਟੇ ਆ, ਜਿਹੜਾ ਮਤਲਬ ਵੀ ਕਹਿ ਲਓ ਵੀ ਸਟੱਡੀ ਪਰਮਿਟ ਦਾ ਜਿਹੜਾ ਹੈਗਾ ਇਹਦੇ 'ਚ 3 ਸੀ, ਦੂਜੇ 'ਚ ਦੇਖੋ ਇਹ 27 ਅਕਤੂਬਰ ਤੋਂ ਆਪਾਂ ਕੀਤਾ ਬਾਈ ਜੀ। ਹਾਂਜੀ ਉਹ ਅਕਤੂਬਰ ਵਾਲਾ ਡਿਫਰੈਂਸ ਸੀ, ਆਹ ਲੇਟੈਸਟ ਡਿਫਰੈਂਸ ਹੈ ਮਤਲਬ ਦਸੰਬਰ ਤੋਂ ਹੁਣ ਤੱਕ ਵਾਲਾ। ਠੀਕ ਹੈ ਜੀ। ਆ ਦਸੰਬਰ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ 10,000 ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਾਂ ਘਟਾਤੀਆਂ ਉਹਨਾਂ ਨੇ, ਠੀਕ ਹੈ, ਤੇ ਉਹਦੇ ਬਾਰੇ ਆਪਾਂ ਗੱਲ ਹੀ ਕਰ ਚੁੱਕੇ ਹਾਂ। ਤੇ ਆਪਾਂ ਮੇਨਲੀ ਵਰਕ ਪਰਮਿਟ ਤੇ ਆਉਣੇ ਆ, ਤੇ ਇੱਥੇ ਕਹਿੰਦੇ ਵੀ ਜਾਣੀ ਕਿ 7,446 ਐਪਲੀਕੇਸ਼ਨਾਂ ਨਵੀਆਂ ਲੱਗ ਚੁੱਕੀਆਂ 15 ਦਸੰਬਰ ਤੋਂ ਲੈ ਕੇ ਫਰਵਰੀ 2022 ਤੱਕ। ਹਾਂਜੀ ਨਵੀਆਂ, ਮਤਲਬ ਇਹਦੇ 'ਚ ਆਪਾਂ ਇਹਨੂੰ ਇਸ ਤਰੀਕੇ ਦੇਖ ਸਕਦੇ ਹਾਂ
ਕਿ ਦਸੰਬਰ 15 ਨੂੰ ਇਹਨਾਂ ਕੋਲ 78,000 ਐਪਲੀਕੇਸ਼ਨ ਸੀ, ਤੇ ਉਹਦੇ ਚੋਂ ਚਲੋ ਆਪਾਂ ਐਵੇਂ ਇੱਕ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੀਏ ਕਿ ਇਹਨਾਂ ਨੇ ਮੰਨ ਲਓ ਵੀ ਉੱਪਰਲੀ 8,000 ਕਰਤੀ ਹੋਣੀ, ਤਾਂ ਫਿਰ ਮੁੜ ਕੇ ਇਹਨਾਂ ਕੋਲੇ 7,000 ਰਹੇਗੀ, ਤੇ ਆਉਂਦੇ ਆਉਂਦੇ ਮਤਲਬ ਸੌਰੀ 70,000 ਰਹਿ ਗਈ, ਤੇ ਆਉਂਦੇ ਆਉਂਦੇ ਮਤਲਬ ਕਹਿ ਲਓ ਆਪਣਾ ਫਰਵਰੀ ਆਉਂਦੇ ਆਉਂਦੇ ਇਹਨਾਂ ਕੋਲ 15,000 ਐਪਲੀਕੇਸ਼ਨ ਹੋਰ ਆ ਗਈ, ਸੋ ਉਹ 85 ਹੋ ਗਈ। ਸੋ ਜੋ ਉਹਦਾ ਜੋੜ ਘਟਾਓ ਦਾ ਨੈਟ ਡਿਫਰੈਂਸ ਜਿਹੜਾ ਬਣਿਆ, ਉਹ ਵੀ ਇਹਨਾਂ ਕੋਲੇ 7,000 ਐਪਲੀਕੇਸ਼ਨ ਵਾਧੂ ਪਈ ਹੈ ਇਸ ਟਾਈਮ ਦੇ ਉੱਪਰ। ਸੋ ਇਸ ਤਰੀਕੇ ਕੈਲਕੂਲੇਟ ਕੀਤਾ ਇਹਨਾਂ ਨੇ। ਠੀਕ ਹੈ ਜੀ, ਠੀਕ।